ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਇਹ ਸਾਡੇ ਨਾਲ ਹਾਜ਼ਰ ਨੇ ਮਿੰਟੂ ਗੁਰੂ ਸਰੀਆ ਜੀ। ਨਿਗਾਹ ਤਾਂ ਵੈਸੇ ਸਾਡੀ ਵੀ ਉਧਰਲੇ ਪਾਸੇ ਲੱਗੀ ਹੋਣੀ ਆ, ਮਿੰਟੂ ਜੀ ਦੀ ਵੀ ਵੱਡੇ ਟੈਲੀਵਿਜ਼ਨ ਤੇ ਲੱਗੀ ਹੋਣੀ ਆ। ਤੇ ਆਓ ਫਿਰ ਲੈ ਚੱਲਦੇ ਆ ਤੁਹਾਨੂੰ ਮੁਕਤਸਰ ਦੀ ਧਰਤੀ ਤੋਂ ਥੋੜਾ ਜਿਹਾ ਦੂਰ। ਮੁੰਡਾ ਖੇਡ ਪ੍ਰੇਮੀ ਇਸ ਵਕਤ, ਹੁਣ ਕਹਿ ਦਿੰਦੇ ਆ, ਡਾਕੂਆਂ ਦਾ ਕੁਝ ਵੀ ਕਹਿਣਾ। ਮਿੰਟੂ ਜੀ ਵੈਲਕਮ ਜੀ ਇਹਨੂੰ। ਹੈਲੋ ਜੀ, ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਲਈ ਬੜੇ ਭਾਵੁਕ ਪਲ ਨੇ ਇਹ, ਕਿਉਂਕਿ ਸਾਡੀਆਂ ਬੇਟੀਆਂ, ਸਾਡੀਆਂ ਕੁੜੀਆਂ ਅੱਜ ਉਸ ਮੁਕਾਮ ਤੇ ਆ ਜਿੱਥੋਂ ਮਤਲਬ ਕਿ ਦੂਰ ਨਹੀਂ ਹੈ ਮੰਜ਼ਿਲ ਜੀ, ਪਰ ਇੱਕ ਜਿੱਦਾਂ ਕਹਿ ਲਓ ਕਿ ਇਤਿਹਾਸ ਬਣਨ ਦੇ ਕਗਾਰ ਤੇ ਆ। ਕੱਲ ਮੁੰਡਿਆਂ ਨੇ ਜਿਸ ਤਰ੍ਹਾਂ ਬਣਾਇਆ, ਤੇ ਇਹ ਸਾਡੀ ਕੁੜੀਆਂ ਦੀ ਟੀਮ ਉਹ ਟੀਮ ਆ ਜਿਹੜੀ 1980 ਤੋਂ ਬਾਅਦ 36 ਸਾਲ ਕੁਆਲੀਫਾਈ ਨਹੀਂ ਕਰ ਸਕੀ ओलंपिक ਦੇ। पर वो राणा जी ने आख्या थी, उड़ के एक रोज बड़ी दूर चली जाती हैं, घर की शाखों पे ये चिड़ियों की तरह होती हैं। बारे क्या पर मैं कहना कि उड़ के एक रोज ये सितारे भी तोड़ लाती हैं, और रिश्तों से कम थोड़ी होती हैं ये बेटियां। आज सितारे तोड़ लगियां ने ये, मतलब कि 4 साल की तैयारी है, सिर्फ 4 साल की तैयारी। और रिमेंबर दैट के इन्हां दे विचों बहुत सारियां कुड़ियां कोरोना पॉजिटिव हो गई सन जदों इन्हां दी तैयारी चल रही सी ओलंपिक दी। अप्रैल मई दे विच साडी जिहड़ी कैप्टन है कुड़ी राणी रामपाल, ਉਹਦੇ ਸਮੇਤ 6-7 ਤਕਰੀਬਨ ਅੱਧੀ ਟੀਮ ਜਿਹੜੀ ਹੈ ਉਹ ਪੋਜ਼ਿਟਿਵ ਹੋ ਗਈ ਸੀ। ਤਾਂ ਤੁਸੀਂ ਹਿਸਾਬ ਲਾ ਲਓ ਕਿ ਆਈਸੋਲੇਟ ਹੋਣਾ, ਇਲਾਜ ਕਰਵਾਉਣਾ, ਔਰ ਉਸ ਤੋਂ ਬਾਅਦ ਰਿਕਵਰ ਹੋਣਾ, ਉਸ ਤੋਂ ਬਾਅਦ ਸ਼ਾਨਦਾਰ ਖੇਡ ਦਿਖਾਣੀ, ਕਿਉਂਕਿ ਆਲਮੋਸਟ ਇਹ ਟੀਮ ਬਾਹਰ ਹੋ ਚੁੱਕੀ ਸੀ ओलंपिक ਦੇ ਵਿੱਚ। ਬਹੁਤ ਬੁਰੀ ਤਰ੍ਹਾਂ ਹਾਰ ਕੇ ਫਿਰ ਆਖਰੀ ਮੈਚਾਂ ਦੇ ਵਿੱਚ ਵਾਪਸੀ ਕਰਨੀ, साउथ अफ्रीका ਨੂੰ ਹਰਾ ਦੇਣਾ, ਔਰ ਉਹਦੇ ਵਿੱਚ ਬੰਦਨਾ ਦੀ ਹੈਟ੍ਰਿਕ। ਅੱਜ ਵੀ ਬੰਦਨਾ ਨੇ ਗੋਲ ਕੀਤਾ। ਕੁਛ ਕਹਿ ਲੋ ਕਿ ਜਿਹੜੇ ਜਾਤੀਵਾਦ ਦੇ ਕੀੜੇ ਦੇ ਨਾਲ ਕੱਟੇ ਲੋਕ ਆ, ਉਹਨਾਂ ਚੋਂ ਇੱਕ ਦੋ ਜਿਹੜੇ ਉਹਦੇ ਘਰ ਦੇ ਅੱਗੇ ਜਾ ਕੇ ਜਿਸ ਤਰ੍ਹਾਂ ਦਾ ਗੰਦ ਪਾ ਕੇ ਆਏ ਸੀ, ਪਰ ਉਸ ਕੁੜੀ ਨੇ ਕੋਈ ਆਪਣੇ ਆਪ ਤੇ ਪ੍ਰੈਸ਼ਰ ਨਹੀਂ ਆਉਣ ਦਿੱਤਾ। ਆ ਹੁਣ ਉਹਨੇ ਇੱਕ ਗੋਲ ਕੀਤਾ, ਉਹਨੇ ਚਪੇੜਾਂ ਮਾਰੀਆਂ ਜੀ ਗੋਲ ਕਰਕੇ। ਬਿਲਕੁਲ ਹੋਣਾ ਹੀ ਇਹ ਚਾਹੀਦਾ। ਤੁਸੀਂ ਇਹੋ ਜਿਹੀਆਂ ਹਰਕਤਾਂ ਦਾ ਜਵਾਬ ਇਹੋ ਜਿਹੇ ਪੱਧਰ ਤੇ ਉਤਰ ਕੇ ਥੋੜੀ ਨਾ ਦੇ ਸਕਦੇ, ਆਪਣੇ ਕੰਮ ਨਾਲ ਜਵਾਬ ਦਿਓ ਜੀ। ਬਿਲਕੁਲ ਬਿਲਕੁਲ। ਸਚਿਨ ਤੇਂਦੁਲਕਰ ਨੂੰ ਇੱਕ ਵਾਰੀ ਕਿਸੇ ਨੇ ਕਿਹਾ ਸੀ, ਉਦੋਂ ਉਹਨੂੰ ਕੈਪਟਨਸੀ ਮਿਲ ਗਈ, ਬਹੁਤ ਬੁਰਾ ਦੌਰ ਸ਼ੁਰੂ ਹੋ ਗਿਆ ਸਚਿਨ ਤੇਂਦੁਲਕਰ ਦਾ, ਤੇ ਉਸ ਟਾਈਮ ਤੋਂ ਬਾਅਦ ਫਿਰ ਚਲੋ ਸਚਿਨ ਤੇਂਦੁਲਕਰ ਦਾ ਇੱਕ ਵਾਰੀ ਸਮਝਿਆ ਗਿਆ ਕਿ ਖਤਮ ਹੈ ਸਭ ਕੁਛ, ਬਹੁਤ ਆਲੋਚਨਾ ਹੋਈ। ਉਹ ਬੰਦਾ ਹਮੇਸ਼ਾ ਸਾਇਲੈਂਟ ਰਿਹਾ, ਹਮੇਸ਼ਾ ਚੁੱਪ ਰਿਹਾ। ਇੱਕ ਇੰਟਰਵਿਊ ਚ ਉਹਨੂੰ ਪੁੱਛਿਆ ਕਿ ਜਦ ਉਸ ਦੌਰ ਦੇ ਵਿੱਚ ਤੈਨੂੰ ਇੰਨੇ ਲੋਕਾਂ ਨੇ ਪੱਥਰ ਮਾਰੇ, ਤੂੰ ਚੁੱਪ ਕਿਵੇਂ ਰਹਿ ਗਿਆ? ਉਹਨੇ ਕਿਹਾ, ਮੈਂ ਉਹਨਾਂ ਪੱਥਰਾਂ ਨੂੰ ਮੀਲ ਦੇ ਪੱਥਰ ਬਣਾਉਂਦਾ ਗਿਆ, ਕਿ ਇਹ ਪੱਥਰ ਮੇਰੇ ਮੀਲ ਦੇ ਪੱਥਰ ਹੋਣਗੇ, ਮੈਂ ਸਫ਼ਰ ਬਹੁਤ ਲੰਬਾ ਲੈ ਕੇ ਜਾਣਾ। ਔਰ ਉਸ ਬੰਦੇ ਨੇ ਜੋ ਵਰਲਡ ਰਿਕਾਰਡ ਬਣਾਇਆ ਸੈਂਚਰੀਆਂ ਦਾ, ਮੇਰੇ ਨਹੀਂ ਖਿਆਲ ਕੋਈ ਤੋੜ ਸਕਦਾ। ਸੋ ਮੁੰਡਿਆਂ ਤੋਂ ਬਾਅਦ ਕੈਰੀਅਰ ਅੱਜ ਜੋ ਉਹਨੇ ਕੈਰੀਅਰ ਆਪਣਾ ਲਿਆਂਦਾ ਅੱਗੇ, ਹਿਸਾਬ ਲਾ ਲਓ ਕਿ ਤਕਰੀਬਨ 2015-16 ਤੱਕ ਹੀ ਆ ਗਿਆ ਉਹ। ਇਹ ਆਪੋ ਆਪਣਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਨਸਿਕ ਪੱਧਰ ਹੁੰਦਾ, ਖਿਡਾਰੀ ਦਾ ਮਾਨਸਿਕ ਪੱਧਰ ਬਹੁਤ ਉੱਚਾ ਹੁੰਦਾ ਹੈ, ਬਹੁਤ ਉੱਚਾ ਹੁੰਦਾ ਹੈ। ਆ ਸਾਡੇ ਪੰਜਾਬੀ ਅੱਜ ਤੇ ਦੇਖੋ ਸਾਰੇ ਆਪਾਂ ਅੱਖਾਂ ਤੇ ਬਿਠਾ ਰਹੇ ਹਾਂ, ਅਸੀਂ ਤੇ ਭੁੱਲੇ ਬੈਠੇ ਸੀ ਨਾ ਹਾਕੀ ਖਿਡਾਰੀਆਂ ਨੂੰ। ਕੀ ਪਤਾ ਹੈ ਕਿ ਸਾਡੇ ਬਹੁਤ ਸਾਰੇ ਖਿਡਾਰੀਆਂ ਨੂੰ ਜੌਬ ਨਹੀਂ ਮਿਲੀ, ਔਰ ਵਿਚਾਰੇ ਉਹ ਬਾਹਰਲੇ ਸਟੇਟਾਂ ਦੇ ਵਿੱਚ ਜਾ ਕੇ ਜੌਬ ਤਲਾਸ਼ਦੇ ਰਹੇ ਆ। ਨਾ ਸਰਕਾਰ ਨੇ ਬਾਂਹ ਫੜੀ, ਨਾ ਕਦੇ ਕਿਸੇ ਇੱਥੇ ਆਮ ਬੰਦੇ ਨੇ ਕੋਈ ਆਵਾਜ਼ ਚੁੱਕੀ। ਸੋ ਇਹਨਾਂ ਦੇ ਆਪਣੇ ਸੰਘਰਸ਼ ਨੇ, ਉਹ ਕਹੀਏ ਕਿ ਸਿਸਟਮ ਦੀ ਜਿੱਦਾਂ ਕਹੀਏ ਕਿ ਲਾਹਨਤ ਹੈ, ਪਰ ਬਾਵਜੂਦ ਇਸੇ ਕੁੜੀਆਂ ਦਾ ਸੰਘਰਸ਼ ਜਿਹੜਾ ਹੈ, ਇਸ ਟੀਮ ਨੂੰ ਖੜੀ ਕਰਨ ਦੇ ਵਿੱਚ ਜਿਹੜਾ ਕੋਚ ਦਾ ਰੋਲ ਹੈ, ਉਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਆਪਣਾ ਸੰਘਰਸ਼ ਆ, ਉਹਨਾਂ ਦੀਆਂ ਜਿਹੜੀਆਂ ਆਪਣੀਆਂ ਮੁਸ਼ਕਲਾਤ ਸੀ, ਉਹ ਵੱਖਰੀ ਕਿਸਮ ਦੀਆਂ। ਬਿਲਕੁਲ। ਬਹਰਹਾਲ ਕੋਈ ਹਾਰ ਜਾਣ ਵੱਡੀ ਗੱਲ ਨਹੀਂ ਹੈ ਮੇਰੇ ਵਾਸਤੇ ਜੀ। ਨਹੀਂ ਜੀ, ਨਹੀਂ। ਗੱਲ ਇਹ ਆ ਕਿ ਜਿਸ ਤਰੀਕੇ ਨਾਲ ਗ੍ਰੇਟ ਬ੍ਰਿਟੇਨ ਨੂੰ ਉਹ ਫਾਈਟ ਦੇ ਰਹੀਆਂ ਨੇ, ਜਿਸ ਤਰੀਕੇ ਨਾਲ ਉਹਨਾਂ ਦਾ ਜੁਝਾਰੂਪਨ ਵੇਖਣ ਨੂੰ ਮਿਲ ਰਿਹਾ ਹੈ ਕਿ ਪਛੜ ਕੇ ਤੁਸੀਂ 2-0 ਤੋਂ ਫਿਰ ਤੁਸੀਂ 3-2 ਨਾਲ ਅੱਗੇ ਚੱਲ ਜਾਂਦੇ ਹੋ, ਦੈਟ ਮੀਨ ਕਿ ਤੁਸੀਂ ਬਹੁਤ ਉੱਚੇ ਲੈਵਲ ਤੇ ਪਹੁੰਚ ਗਏ ਹੋ, ਜਿੱਥੇ ਤੁਸੀਂ ਕਦੇ ਵੀ ਆਪਣੇ ਆਪ ਨੂੰ ਹਾਰਿਆ ਮਹਿਸੂਸ ਕਰਦੇ ਹੀ ਨਹੀਂ। ਇੱਥੇ ਹੁਣ ਜਿੱਤ ਹਾਰ ਮੈਂ ਨਹੀਂ ਰੱਖਦੀ, ਇੱਥੇ ਕੁੜੀਆਂ ਜੋ ਵੀ ਲੈ ਕੇ ਆਉਣ,
ਇਹਨਾਂ ਨੂੰ ਪੂਰਾ ਮਾਣ ਸੂਬੇ ਦੀਆਂ ਸਰਕਾਰਾਂ ਵੱਲੋਂ ਦੇਣਾ ਚਾਹੀਦਾ ਹੈ। ਔਰ ਉੱਥੋਂ ਦਾ ਜਿਹੜਾ ਵੱਡਾ ਵੱਡਾ ਕਾਰਪੋਰੇਟ ਜਗਤ ਹੈ, ਜਿਨ੍ਹਾਂ ਦੀਆਂ ਲਾ ਕੇ ਵੱਡਾ ਮੇਕਅਪ ਕਰਕੇ ਬੀਬੀਆਂ ਸੁਰਖੀਆਂ ਬਿੰਦੀਆਂ ਲਾ ਕੇ ਉਹ ਮਸ਼ਹੂਰੀਆਂ ਕਰਦੀਆਂ ਨੇ, ਇਹਨਾਂ ਧੀਆਂ ਨੂੰ ਵੀ ਉਹ ਜਿਹੜਾ ਹੈ ਐਡਵਰਟਾਈਜ਼ਿੰਗ ਦੇ ਲਈ ਵਰਤਿਆ ਜਾਣਾ ਚਾਹੀਦਾ, ਤਾਂ ਕਿ ਇਹਨਾਂ ਦੀਆਂ ਜੇ ਕੋਈ ਰਹਿੰਦੀ ਮਾੜੀ ਮੋਟੀ ਕੋਈ ਮੁਸ਼ਕਿਲ ਹੈ ਫਾਈਨੈਂਸ਼ੀਅਲ ਪੱਖੋਂ। ਮੈਂ ਅੱਗੇ ਸੋਚ ਰਿਹਾ ਸੀ ਕਿ ਅਸੀਂ ਬੜਾ ਵੱਡਾ ਵੇਖਿਆ ਟੈਲੈਂਟ, ਮਤਲਬ ਖੇਡ ਮੈਦਾਨ ਦੇ ਵਿੱਚ ਇਹੋ ਜਿਹੇ ਖਿਡਾਰੀ ਵੀ ਹੁੰਦੇ ਸੀ, ਬਾਲ ਆ ਜਾਂਦਾ ਸੀਗਾ ਕਿਤੇ ਹਾਕੀ ਨੂੰ ਲੱਗ ਜਾਂਦਾ ਸੀ ਤੇ ਗੋਲ ਤੱਕ ਲੈ ਕੇ ਜਾਂਦੇ ਸੀ, ਗੋਲ ਦਾਗ ਕੇ ਆਉਂਦੇ ਸੀ। ਉਸ ਵਕਤ ਨਾ ਤਾਂ ਉਹਨਾਂ ਕੋਲ ਪ੍ਰੋਪਰ ਟ੍ਰੇਨਿੰਗ ਸੀ, ਨਾ ਕੋਚ ਪ੍ਰੋਪਰ ਸੀ, ਨਾ ਖੁਰਾਕ ਪ੍ਰੋਪਰ ਸੀ। ਉਹੀ ਵਿਚਾਰਾ ਖੇਡਦਾ ਜਾ ਕੇ ਤੇ ਸਾਰੀ ਦਿਹਾੜੀ ਮੁੜ ਕੇ ਉਹ ਜਿਹੜਾ ਸੀ ਮਜ਼ਦੂਰੀ ਵੀ ਕਰਦਾ ਸੀ ਤੇ ਸ਼ਾਮ ਨੂੰ ਸ਼ੌਂਕ ਨੂੰ ਹਾਕੀ ਵੀ ਖੇਡਦਾ ਸੀ। ਉਹਨਾਂ ਨੂੰ ਤਾਂ ਸਹਿਮੇ ਹੋਏ ਲੋਕ ਨੇ, ਉਹ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਬੱਚਿਆਂ ਕੋਲ ਬਹੁਤ ਟੈਲੈਂਟ ਆ। ਫੁੱਟਬਾਲ ਦੇ ਬੜੇ ਤਗੜੇ ਖਿਡਾਰੀ ਪਿੰਡਾਂ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ। ਉੱਥੇ ਰਾਜਨੀਤੀ ਹੈਵੀ ਹੋ ਜਾਂਦੀ ਹੈ, ਉਹਨਾਂ ਕੋਲ ਲੜਨ ਦੀ ਟ੍ਰੇਨਿੰਗ ਨਹੀਂ ਹੈਗੀ, ਲੜਨ ਦੀਆਂ ਉਹਨਾਂ ਕੋਲ ਗਰਾਊਂਡਾਂ ਨਹੀਂ ਹੈਗੀਆਂ। ਸੋ ਸਿਰਫ ਬਿਆਨਬਾਜ਼ੀਆਂ ਕਰਕੇ ਜ਼ਰੂਰ ਇਹ ਲੋਕ ਆਪਣਾ ਤੇ ਤੁਹਾਡਾ ਸਾਡਾ ਢਿੱਡ ਭਰ ਦਿੰਦੇ ਨੇ। ਸੋ ਬੜੀ ਵਧੀਆ ਗੇਮ ਹੈ ਇਸ ਵਕਤ। ਲੜਕੀਆਂ ਜੋ ਵੀ ਲੈ ਕੇ ਜਾਣ ਜਿੱਤਦੀਆਂ ਨੇ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੋਵੇਗੀ, ਪਰ ਜੇ ਕਿਸੇ ਕਾਰਨ ਕਰਕੇ ਨਹੀਂ ਵੀ ਜਿੱਤ ਪਾਉਂਦੀਆਂ ਤਾਂ ਭਾਵੇਂ ਭਾਰਤ ਦੀ ਇਹ ਜਿਹੜੀ ਜਿੱਤ ਜਿਹੜੀ ਹੈ ਉਹ ਕਹੀ ਜਾ ਸਕਦੀ ਹੈ ਕਿ ਇਹ ਥੋੜ੍ਹੇ ਸਾਲਾਂ ਦੇ ਵਿੱਚ, ਤੁਸੀਂ ਕਿ 4 ਸਾਲ ਦੀ ਟ੍ਰੇਨਿੰਗ ਦੇ ਵਿੱਚ ਐਡਾ ਵੱਡਾ ਨਾਂ ਲੈ ਕੇ ਜਾਣਾ। ਕਿਉਂਕਿ ਹਾਕੀ ਸਾਡੀ ਆਪਣੀ ਢਿੱਡੋਜਾਈ ਇੱਕ ਕਿਸਮ ਦੀ ਖੇਡ ਹੈ, ਰਾਸ਼ਟਰੀ ਖੇਡ ਹੈ, ਸਾਰਿਆਂ ਨੇ ਆਪਾਂ ਖੇਡੀ ਹੈ, ਸੋ ਇਸ ਕਰਕੇ ਲਗਾ ਹੈ। ਸੋ ਕ੍ਰਿਕਟ ਨੇ ਸਾਰੀਆਂ ਖੇਡਾਂ ਜਿਹੜੀਆਂ ਨੇ ਉਹ ਆਪਣੇ ਸੰਭਾਲੀਆਂ ਨੇ। ਇਸ ਵਕਤ ਇੰਗਲੈਂਡ ਨੂੰ ਦੱਸ ਦੇਵਾਂ, ਹਾਕੀ ਦੀ ਗੱਲ ਚੱਲ ਰਹੀ ਹੈ। ਹਾਕੀ ਨੈਸ਼ਨਲ ਖੇਡ ਨਹੀਂ ਹੈ ਇੰਡੀਆ ਦੀ ਜੀ, ਹਾਕੀ ਨੈਸ਼ਨਲ ਖੇਡ ਨਹੀਂ ਹੈ ਜੀ। ਔਰ ਇਨਫੈਕਟ ਕਿ ਕੋਈ ਵੀ ਖੇਡ ਇੰਡੀਆ ਦੀ ਨੈਸ਼ਨਲ ਖੇਡ ਨਹੀਂ। ਪਰ ਕਹੀ ਜਾਂਦੀ ਸੀਗੀ ਪਹਿਲਾਂ ਜਦੋਂ ਕਮੈਂਟਰੀ ਕਰਦੇ ਹੁੰਦੇ ਸੀ ਜੀ, ਕਿਉਂਕਿ ਆਰਟੀਆਈ ਦੇ ਜ਼ਰੀਏ ਜਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਹੋ ਕੇ ਜਿਹੜੇ ਜਵਾਬ ਆਏ ਆ ਸਪੋਰਟਸ ਮਿਨਿਸਟਰੀ ਵੱਲੋਂ ਕਿ ਉਹਨਾਂ ਨੇ ਕਿਸੇ ਵੀ ਖੇਡ ਨੂੰ ਇਸ ਤਰ੍ਹਾਂ ਦਾ ਕੋਈ ਖਿਡਾਰਨ, ਉਹਦਾ ਕਾਰਨ ਦੱਸਿਆ ਗਿਆ ਕਿ ਇੰਡੀਆ ਜਿਹੜਾ ਵਿਭਿੰਨਤਾ ਵਾਲਾ ਦੇਸ਼ ਹੈ, ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦੇ ਨਾਲ ਭਾਵਨਾਵਾਂ ਜੁੜੀਆਂ ਜੀ। ਇੱਕ ਖਿਡਾਰਨ ਜ਼ਖਮੀ ਹੋਈ, ਦੁਆ ਕਰੀਏ ਠੀਕ ਠਾਕ ਹੋਵੇ, ਉੱਠ ਖਲੋਤੀ ਹੈ ਜੀ। ਔਰ ਪੈਨਲਟੀ ਕਾਰਨਰ ਮਿਲਿਆ ਸੀਗਾ ਇੰਗਲੈਂਡ ਨੂੰ, ਪਰੰਤੂ ਨਹੀਂ ਗੋਲ ਦੇ ਵਿੱਚ ਤਬਦੀਲ ਕਰ ਸਕੇ। ਔਰ ਇੰਡੀਆ 3, ਭਾਰਤ 3 ਦੇ ਨਾਲ ਔਰ ਇੰਗਲੈਂਡ 3 ਦੇ ਨਾਲ ਬਰਾਬਰ ਹੈ ਇਸ ਵਕਤ। ਔਰ ਫ੍ਰੀ ਹਿੱਟ ਆਈ ਥਿੰਕ ਮਿਲੀ ਇੰਡੀਆ ਨੂੰ ਇਸ ਟਾਈਮ ਜਿਹੜਾ ਘਾਟਾ ਪਿਆ ਉਹ ਇਹ ਆ ਕਿ ਇਹਨਾਂ ਦੀ ਬਹੁਤ ਜਿਹੜੀ ਤੇਜ਼ ਤਰਾਰ ਖਿਡਾਰਨ ਆ ਨਵਨੀਤ, ਉਹਨੂੰ ਮਿਲ ਗਿਆ ਯੈਲੋ ਕਾਰਡ। ਯੈਲੋ ਕਾਰਡ ਦਾ ਮਤਲਬ ਹੁੰਦਾ ਕਿ 10 ਮਿੰਟ ਤੁਸੀਂ ਬਾਹਰ ਬੈਠੋ। 10 ਮਿੰਟ ਦਾ ਮਤਲਬ ਹੈ ਕਿ ਆਲਮੋਸਟ ਉਹਦੇ ਵਾਸਤੇ ਮੈਚ ਖਤਮ ਹੋ ਜਾਏਗਾ ਜੀ, ਮੈਚ ਖਤਮ ਹੋ ਜਾਏਗਾ। ਸੋ ਇੱਕ ਪੈਨਲਟੀ ਕਾਰਨਰ ਮਿਲਿਆ ਹੁਣ ਗ੍ਰੇਟ ਬ੍ਰਿਟੇਨ ਨੂੰ। ਤਾਂ ਮੇਰੇ ਖਿਆਲ ਦੇ ਨਾਲ ਹੁਣ ਜਿਹੜੀ ਇੰਡੀਅਨ ਟੀਮ ਆ ਉਹ ਥੋੜਾ ਪ੍ਰੈਸ਼ਰ ਫੀਲ ਕਰ ਰਹੀ ਆ। ਔਰ ਪਿਛਲਾ ਮੈਚ ਵੀ ਇਹਨਾਂ ਨੇ ਜਿਹੜਾ ਸੈਮੀਫਾਈਨਲ ਦਾ ਗਵਾਇਆ ਸੀ, ਕਿਉਂਕਿ ਸ਼ੁਰੂਆਤ ਦੇ ਵਿੱਚ ਹੀ ਗੁਰਦੀਪ ਕੌਰ ਨੇ ਲੀਡ ਦੇ ਦਿੱਤੀ ਸੀਗੀ, ਪਰ ਜਦੋਂ ਓਵਰ ਡਿਫੈਂਸਿਵ ਹੋ ਗਈਆਂ ਕੁੜੀਆਂ ਤਾਂ ਉਸ ਸੂਰਤ ਦੇ ਵਿੱਚ ਫਿਰ ਜਦ ਪੈਨਲਟੀ ਕਾਰਨਰ ਮਿਲਣੇ ਸਟਾਰਟ ਹੁੰਦੇ, ਇੱਕ ਅੱਧਾ ਵੀ ਲੱਗ ਗਿਆ ਤਾਂ ਤੁਸੀਂ ਗਏ। ਸੋ ਹੁਣ ਵੀ ਉਹੀ ਚੀਜ਼ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਹੀ ਹੈ, ਇੱਥੇ ਕੰਮ ਕਰਨ ਦੀ ਜ਼ਰੂਰਤ ਹੋਏਗੀ। ਔਰ ਚਲੋ ਜੋ ਕੁਝ ਵੀ ਹੁੰਦਾ, ਅੱਛਾ ਇੱਕ ਖਿਡਾਰੀ ਲੈਸ ਹੋ ਜਾਂਦਾ ਜਦੋਂ ਯੈਲੋ ਕਾਰਡ ਮਿਲਦਾ ਹੈ ਤਾਂ ਫਿਰ ਉਹਦਾ ਬਹੁਤ ਵੱਡਾ ਕਿਸਮ ਦਾ ਘਾਟਾ ਹੁੰਦਾ। ਗ੍ਰੀਨ ਕਾਰਡ ਹੁੰਦਾ, ਗ੍ਰੀਨ ਕਾਰਡ ਦੇ ਵਿੱਚ ਤੁਸੀਂ 2 ਮਿੰਟ ਲਈ ਜਾ ਸਕਦੇ ਹੋ, ਪਰ ਜੇ ਸੀਰੀਅਸ ਫਾਉਲ ਕੋਈ ਧੱਕਾ ਮਾਰਦਾ ਜਾਂ ਖਾਸ ਤੌਰ ਤੇ ਡੀ ਦੇ ਵਿੱਚ ਜਦੋਂ ਕੋਈ ਦੂਸਰੀ ਟੀਮ ਦਾ ਹਮਲਾ ਕਰਦਾ ਉਹਦੇ ਵਿੱਚ ਕੋਈ ਅੜਿੱਕਾ ਬਣਦਾ, ਜਾਣਬੁੱਝ ਕੇ ਫਾਉਲ ਕਰਦਾ, ਮਤਲਬ ਕਿ ਜਿੱਦਾਂ ਹੁਣ ਸਰੀਰ ਦੇ ਨਾਲ ਕੋਈ ਧੱਕਾ ਦਿੰਦਾ, ਤਾਂ ਉਸ ਸੂਰਤ ਦੇ ਵਿੱਚ ਫਿਰ ਯੈਲੋ ਕਾਰਡ ਨਿਕਲਦਾ ਰੈਫਰੀ ਦੇ ਬੋਝੇ ਚੋਂ, ਤੇ ਉਹ 10 ਮਿੰਟ ਵਾਸਤੇ ਹੁੰਦਾ, ਜਿਵੇਂ ਫੁੱਟਬਾਲ ਛੱਕੇ ਆਮ ਤੌਰ ਤੇ ਹੁੰਦਾ। ਚਲੋ ਕਿਸੇ ਵਕਤ ਹੋ ਜਾਂਦਾ ਜੀ। ਸੋ ਆਓ ਆਪਾਂ ਮੁਸ਼ਕਲਾਵਾਂ ਦਾ ਦੌਰ ਤੈਅ ਕਰਦੀਆਂ ਹੋਈਆਂ ਭਾਰਤ ਦੀਆਂ ਇਹ ਖਿਡਾਰਨਾਂ ਇਸ ਵਕਤ ਮੈਦਾਨ ਦੇ ਵਿੱਚ ਨੇ। ਪੂਰਾ ਭਾਰਤ ਜਿਹੜਾ ਖਾਸ ਤੌਰ ਤੇ ਇੱਕ ਜਿਹੜਾ ਹਾਕੀ ਪ੍ਰੇਮੀ ਜਾਂ ਜਿਨ੍ਹਾਂ ਨੂੰ ਗੇਮਾਂ ਦੇ ਨਾਲ ਪਿਆਰ ਹੈ, ਉਹ ਉਹਨਾਂ ਦੀ ਨਿਗਾਹ ਲੱਗੀ ਹੋਈ ਹੈ ਕਿ ਕੀ ਬਣਦਾ, ਕੀ ਮੁਕਾਬਲੇ ਦੇ ਵਿੱਚੋਂ ਨਿਕਲਦਾ। ਉਹ ਆਪਾਂ ਚੱਲਦੇ ਰਵਾਂਗੇ, ਨਾਲ ਦੀ ਨਾਲ ਕਮੈਂਟਰੀ ਹੁੰਦੀ ਰਹੇਗੀ, ਤੁਸੀਂ ਵੀ ਕਰਦੇ ਰਹੋਗੇ। ਮੇਰੇ ਖਿਆਲ 'ਚ ਇੰਗਲੈਂਡ ਨੂੰ ਫਿਰ ਪੈਨਲਟੀ ਕਾਰਨਰ ਮਿਲਿਆ ਜੀ ਇੱਕ ਵਾਰੀ ਫਿਰ ਤੋਂ। ਉਹੀ ਚੀਜ਼ ਹੈ ਨਾ ਕਿ ਬਾਹਰ ਜਦੋਂ ਤੁਹਾਡੀ ਬਾਲ ਰੀਚ ਰਹੇਗੀ, ਚੱਲ ਸਕਦੇ ਇੱਕ ਬੇਸਿਕ ਖੇਡ ਦੀ ਨਾ ਇੱਕ ਪਰੰਪਰਾ ਹੁੰਦੀ ਹੈ ਹਾਕੀ ਦੀ। ਹਾਕੀ ਦੀ ਇਹ ਇੱਕ ਕਹਿ ਲਓ ਕਿ ਬਹੁਤ ਪੁਰਾਣੀ ਰਵਾਇਤ ਹੈ ਕਿ ਜਿੰਨਾ ਬਾਲ ਤੁਹਾਡੀ ਰੀਚ ਜਾਂ 30 ਗਜ਼ ਦੀ ਲਾਈਨ 'ਚ ਰਹੇਗਾ, 23 ਗਜ਼ ਵਾਲੀ ਏਰੀਏ 'ਚ ਰਹੇਗਾ, ਤਾਂ ਉਹਨਾਂ ਜ਼ਿਆਦਾ ਤੁਹਾਡੇ ਤੇ ਗੋਲ ਹੋਣ ਦਾ ਖਤਰਾ ਹੁੰਦਾ, ਪ੍ਰੈਸ਼ਰ ਵਧਿਆ ਰਹਿੰਦਾ। ਬੇਸਿਕ ਚੀਜ਼ ਇਹ ਹੁੰਦੀ ਹੈ ਕਿ ਗੇਮ ਜਿਹੜੀ ਹੈ
ਸੈਕੰਡ ਹਾਫ ਚ ਹੋਣੀ ਚਾਹੀਦੀ ਹੈ, ਮਤਲਬ ਕਿ ਤੁਹਾਡੇ ਵਿਰੋਧੀਆਂ ਦੇ ਹੱਥ ਪਹੁੰਚਾਓ ਜਲਦੀ ਤੋਂ ਜਲਦੀ। ਤਾਂ ਹੀ ਏਰੀਅਲ ਪਾਸ ਹੁੰਦੇ ਆ, ਤਾਂ ਹੀ ਕਦੇ ਕਦੇ ਸਕੂਪ ਪਾਸ ਜਿਹੜੇ ਆ ਉਹ ਵੇਖਣ ਨੂੰ ਮਿਲਦੇ ਆ ਕਿ ਬਹੁਤ ਲੰਬੇ ਪਾਸ ਦੇ ਕੇ ਜਿਹੜੇ ਡਿਫੈਂਡਰ ਹੁੰਦੇ ਉਹ ਬਾਲ ਨੂੰ ਦੂਜੇ ਪਾਸੇ ਸਿੱਟ ਦਿੰਦੇ, ਪ੍ਰੈਸ਼ਰ ਰਿਲੀਜ਼ ਕਰ ਦਿੱਤਾ ਜਾਂਦਾ ਜੀ। ਸੋ ਲਗਾਤਾਰ ਬਣੀ ਹੋਈ ਹੈ ਜੀ ਹਾਕੀ ਦੇ ਉੱਤੇ ਸਾਰੀ ਤੁਹਾਡੀ ਨਿਗਾਹ। ਸੋ ਸੈਣੀ ਦੀਆਂ ਮੁਸ਼ਕਲਾਵਾਂ, ਇੰਗਲੈਂਡ 4 ਇੰਡੀਆ 3, ਇੰਗਲੈਂਡ 4 ਇੰਡੀਆ 3। ਸੋ ਇੰਗਲੈਂਡ ਗੋਲ ਕਰ ਗਿਆ ਜੀ ਪੈਨਲਟੀ ਕਾਰਨਰ। ਜਿੰਨੇ ਵੀ ਹਾਂਜੀ ਜਿੰਨੇ ਪੈਨਲਟੀ ਕਾਰਨਰ ਕੰਸੀਡ ਕਰੋਗੇ ਨਾ ਤੁਸੀਂ, ਗੋਲ ਦਾ ਖਤਰਾ ਵੱਧ ਜਾਏਗਾ, ਕਿਉਂਕਿ ਇੱਕ ਖਿਡਾਰੀ ਤੁਸੀਂ ਪਹਿਲਾਂ ਹੀ ਉਹਨਾਂ ਦੇ ਨਾਲੋਂ ਲੈਸ ਹੋ। ਤਾਂ ਇਹਦਾ ਮਤਲਬ ਇਹੀ ਹੈ ਕਿ ਜਿੰਨੇ ਪੈਨਲਟੀ ਕਾਰਨਰ ਹੋਣਗੇ ਉਹਨੇ ਮੌਕੇ ਜ਼ਿਆਦਾ ਬਣਨਗੇ, ਦਬਾਅ ਤੁਹਾਡੇ ਤੇ ਰਹੇਗਾ। ਖੈਰ ਹਾਲੇ ਵੀ ਉਮੀਦ ਆ, 12-13 ਮਿੰਟ ਦੀ ਖੇਡ ਆ, ਇਸ ਖੇਡ ਦੇ ਵਿੱਚ ਕੋਈ ਪਾਸਾ ਪਲਟਣ ਲੱਗਿਆ ਪਤਾ ਨਹੀਂ ਲੱਗਦਾ। ਪਰ ਇਹ ਹੁੰਦਾ ਕਿ 11 ਦੇ ਮੁਕਾਬਲੇ ਜਦੋਂ 10 ਖਿਡਾਰੀ ਔਰ ਤੁਹਾਡਾ ਇੱਕ ਸਟਾਰ ਖਿਡਾਰੀ ਬਾਹਰ ਚਲੇ ਜਾਂਦਾ ਹੈ ਤਾਂ ਫਿਰ ਬਹੁਤ ਔਖਾ ਹੋ ਜਾਂਦਾ, ਤੁਹਾਨੂੰ ਰਣਨੀਤੀ 'ਚ ਬਦਲਾਅ ਲਿਆਉਣਾ ਪੈਂਦਾ, ਕਿਉਂਕਿ ਇੰਡੀਆ ਆਮ ਤੌਰ ਤੇ ਅੱਜ ਕੱਲ੍ਹ ਖੇਡ ਰਿਹਾ 5-3-2-1 ਨਾਲ। ਤਾਂ ਇਸ ਫਾਰਮੂਲੇ ਦੇ ਵਿੱਚ ਫਿਰ ਇੰਪੈਕਟ ਆ ਜਾਂਦਾ ਕਿ ਤੁਹਾਨੂੰ ਫਿਰ ਫਾਰਮੂਲਾ ਜਿਹੜਾ ਬਦਲਣਾ ਪੈਂਦਾ। ਤੇ ਉਹਨਾਂ ਦਾ ਜਿਹੜਾ ਹੁੰਦਾ ਕਿ ਜਿੱਦਾਂ 1 ਬਾਏ 1 ਮਾਰਕਿੰਗ ਹੁੰਦੀ ਹੈ, ਇੱਕ ਤੇ ਇੱਕ ਖਿਡਾਰੀ ਮਾਰ ਕਰਕੇ ਉਹਨੂੰ ਰੋਕਿਆ ਜਾਂਦਾ, ਤਾਂ ਉਹ ਥੋੜਾ ਜਿਹਾ ਉਹਨਾਂ ਲਈ ਸੌਖਾ ਹੋ ਜਾਂਦਾ। ਇਸ ਕਰਕੇ ਮੁਸ਼ਕਿਲ ਹੈ। ਖੈਰ ਦੇਖੋ ਕੀ ਬਣਦਾ, ਬਾਕੀ ਸੈਣੀ ਦਾ ਕੀ ਬਣਦਾ ਪਤਾ ਨਹੀਂ ਹੈ, ਪਰ ਉਹਦੇ ਤੇ ਭਾਈ ਦੋਸ਼ ਤੇ ਹੁਣ ਕਾਫੀ ਵੱਡੇ ਲੱਗ ਰਹੇ ਆ। ਇਹ ਵੀ ਆ ਰਹੇ ਆ ਸੁਣਨ ਦੇ ਵਿੱਚ, ਕੁਛ ਅਖਬਾਰਾਂ ਨੇ ਛਾਇਆ ਕੀਤਾ ਕਿ ਸੈਣੀ ਦਾ ਲੈਣ ਦੇਣ ਜਿਹੜਾ ਕੁਛ ਬਾਹਰਲੇ ਖਾਤਿਆਂ 'ਚ ਵੀ ਹੋਇਆ ਹੋਇਆ, ਤਾਂ ਬਾਹਰੋਂ ਪੈਸੇ ਵੀ ਆਏ ਆ। ਕਹਿੰਦੇ ਆ ਕਿ ਵਿਦੇਸ਼ ਦੇ ਵਿੱਚ ਕਈ ਲੋਕਾਂ ਨੂੰ ਧਨ ਭੇਜਿਆ ਗਿਆ ਵਾ। ਈਡੀ ਦੇ ਸਾਹਮਣੇ ਕਿ ਕਈ ਨਵੇਂ ਚਿਹਰੇ ਆਏ ਆ। ਤੋਂ ਹੁਣ ਕਹਿੰਦੇ ਆ ਕਿ ਸੈਣੀ ਦੀਆਂ ਹੋਰ ਵੀ ਪ੍ਰਾਪਰਟੀਆਂ ਜਿਹੜੀਆਂ ਨੇ ਉਹਨਾਂ ਦੀ ਤਲਾਸ਼ ਕੀਤੀ ਜਾਊਗੀ, ਵਿਜੀਲੈਂਸ ਹੋਰ ਵੀ ਦੇਖੇਗੀ। ਵਿਜੀਲੈਂਸ ਨੂੰ ਹੁਣ ਹੀ ਜਾਂਚ ਕਿਉਂ ਆਈ ਆ? ਇਹਨਾਂ ਨੂੰ ਪਹਿਲਾਂ ਹੀ ਕਰ ਲੈਣੀ ਚਾਹੀਦੀ ਸੀ ਜਾਂਚ ਪੜਤਾਲ। ਸੈਣੀ ਤੇ ਦੋਸ਼ ਨਵੇਂ ਥੋੜੀ ਨਾ ਲੱਗੇ ਆ। ਇਸ ਤੋਂ ਇਲਾਵਾ ਇਹ ਵੀ ਦੋਸ਼ ਲੱਗ ਰਿਹਾ ਹੈ ਕਿਉਂਕਿ ਹੁਣ ਪਰਤਾਂ ਖੋਲਣਗੇ, ਆਪ ਹੀ ਜਦੋਂ ਪਰਤਾਂ ਖੋਲਦੇ ਆ ਕਿ ਕੁਝ ਲੋਕਾਂ ਨੂੰ ਮਤਲਬ ਕਿ ਜਿੱਦਾਂ ਉਹ ਜਿਹੜਾ ਨਿਮਰਦੀਪ ਸੀਗਾ ਜਿਹਦੇ ਤੋਂ ਕਹਾਣੀ ਚੱਲੀ, ਮੈਂ ਤੁਹਾਨੂੰ ਸਾਰੀ ਸਟੋਰੀ ਦੱਸ ਚੁੱਕਾ ਵਾਂ ਕਿ ਕਿਸ ਤਰ੍ਹਾਂ ਲੋਕ ਨਿਰਮਾਣ ਵਿਭਾਗ ਦਾ ਉਪ ਮੰਡਲ ਦਾ ਇੰਜੀਨੀਅਰ ਕਰੋੜਾਂ ਦੀ ਕਮਾਈ ਜਿਹੜੀ ਆ ਉਹ ਕਰ ਜਾਂਦਾ ਹੈ ਆਪਣੀ ਤੈਅ ਜਿਹੜੀ ਉਹਦੀ ਆਮਦਨ ਹੈ ਉਹਦੇ ਤੋਂ। ਉਹਦੇ ਵਿੱਚ ਵੀ ਉਹਨੂੰ ਕਹਿੰਦੇ ਆ ਕਿ 4 ਤੋਂ 6 ਗਨਮੈਨ ਦਿੱਤੇ ਗਏ ਸੀ ਔਰ ਉਹ ਸਿਰਫ ਸੈਣੀ ਦੀ ਹੀ ਮਿਹਰਬਾਨੀ ਸੀ। ਮਤਲਬ ਕਿ ਹਿਸਾਬ ਲਾ ਲਓ ਇੱਕ ਸਧਾਰਨ ਪੱਧਰ ਦਾ ਇੰਜੀਨੀਅਰ ਸੀਗਾ ਉਹ। ਲੋਕ ਨਿਰਮਾਣ ਡਿਪਾਰਟਮੈਂਟ ਦੇ ਵਿੱਚ ਕਿੰਨੇ ਇਸ ਤਰ੍ਹਾਂ ਦੇ ਇੰਜੀਨੀਅਰ ਹੋਣਗੇ, ਤਾਂ ਕੀ ਸਭ ਨੂੰ ਗਨਮੈਨ ਦਿੱਤੇ ਜਾਂਦੇ ਆ? ਨਹੀਂ, ਕਦੇ ਨਹੀਂ। ਅਸੀਂ ਨਹੀਂ ਇੱਥੇ ਦੇਖਦੇ ਕਿਉਂਕਿ ਇੰਜੀਨੀਅਰ ਤੇ ਵਿਚਾਰੇ ਉਹ ਆਮ ਹੀ ਤੁਰੇ ਫਿਰਦੇ, ਪਿੰਡਾਂ ਦੇ ਵਿੱਚ ਤੁਰੇ ਫਿਰਦੇ ਆ। ਕਾਹਦਾ ਡਰ ਹੈ ਇੰਜੀਨੀਅਰ ਨੂੰ? ਉਹ ਇੱਕ ਸੇਵਾਦਾਰ ਆ, ਪਬਲਿਕ ਸਰਵੈਂਟ ਆ, ਤੇ ਪਬਲਿਕ ਤੋਂ ਕਾਹਦਾ ਖਤਰਾ ਭਾਈ? ਪਬਲਿਕ ਸਰਵੈਂਟ ਨੂੰ ਉਹਨੇ ਤਾਂ ਵਿਚਰਨਾ ਹੀ ਸਦਾ ਪਬਲਿਕ ਦੇ ਨਾਲ ਹੈ। 4 ਤੋਂ 6 ਗਨਮੈਨ ਮਿਲੇ ਸੀਗੇ। ਤਾਂ ਇਹ ਗਨਮੈਨ ਵਾਲੀ ਵੀ ਹੁਣ ਕਹਾਣੀ ਜਿਹੜੀ ਖੁੱਲਦੀ ਨਜ਼ਰ ਆ ਰਹੀ ਹੈ ਕਿ ਸੈਣੀ ਦੇ ਕਹਿਣ ਤੇ ਇਸ ਤਰ੍ਹਾਂ ਦੀਆਂ ਸੂਟੀ ਜਿਹੜੀਆਂ ਸੀ ਜਾਂ ਉਹ ਹੋਰ ਕਿਹਨੂੰ ਦਿੱਤੀਆਂ ਗਈਆਂ, ਉਹਦੀ ਵੀ ਪੁੱਛਗਿੱਛ ਹੋ ਰਹੀ ਆ ਜੀ। ਦੋਸਤੋ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਨੰਬਰ 905 813 1320। ਔਰ ਇਸ ਵਕਤ 10 ਮਿੰਟ ਤੇ 27 ਆਲਮੋਸਟ 10 ਮਿੰਟ ਬਾਕੀ ਨੇ ਔਰ ਦੇਖਣਾ ਹੈ ਕਿ ਇੰਗਲੈਂਡ 4 ਇੰਡੀਆ 3 ਇਸ ਵਕਤ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਚੱਲ ਰਿਹਾ ਹੈ ਹਾਕੀ ਦਾ। ਔਰ ਰਣਜੀਤ ਸਿੰਘ ਕਤਲ ਕੇਸ ਤੇ ਅੰਤਿਮ ਪੜਾਅ ਤੇ ਪਹੁੰਚਣ ਦੀਆਂ ਖਬਰਾਂ ਆ ਰਹੀਆਂ ਨੇ, ਕੀ ਕਹਿਣਾ ਚਾਹੋਗੇ? ਹਾਂਜੀ, ਰਣਜੀਤ ਸਿੰਘ ਵਾਲਾ ਮਾਮਲਾ ਵੀ ਡੇਰੇਦਾਰ ਦੇ ਨਾਲ ਹੀ ਜੁੜਿਆ, ਡੇਰਾ ਮੁਖੀ ਦੇ ਨਾਲ ਜੁੜਿਆ ਹੈ। ਬਹਰਹਾਲ ਕੀ ਹੈ ਕਿ ਕੱਲ ਵੀ ਬਹਿਸ ਹੋਈ ਹੈ ਇਸ ਮਾਮਲੇ ਦੇ ਵਿੱਚ, ਹੁਣ ਫਿਰ ਮੇਰੇ ਖਿਆਲ ਉਹਦੇ ਨਾਲ ਜਲਦੀ ਤਰੀਕ ਦੇ ਦਿੱਤੀ ਗਈ ਆ। ਇਹ ਅੰਤਲੀ ਬਹਿਸ ਹੋਏਗੀ, ਮਤਲਬ ਕਿ ਜਿਹਨੂੰ ਆਪਾਂ ਫਾਈਨਲ ਜਿਹੜਾ ਕਹਿ ਸਕਦੇ ਹਾਂ, ਤੇ ਇਹ ਬਿਲਕੁਲ ਅੰਤਲੇ ਪੜਾਅ ਤੇ, ਕਿਉਂਕਿ ਤਰੀਕ ਦੇਖੋ ਇਸ ਕੇਸ ਦੀ ਮੇਰੇ ਖਿਆਲ ਦੇ ਨਾਲ 3-4 ਦਿਨ ਬਾਅਦ ਆ। ਤਾਂ 3-4 ਦਿਨਾਂ ਬਾਅਦ ਜ਼ਿਰਾ ਹੋ ਜਾਏਗੀ। ਤਾਂ ਇਹ ਜਿਹੜੀ ਜ਼ਿਰਾ ਹੁੰਦੀ ਆ ਉਹਦੇ ਤੋਂ ਬਾਅਦ ਫਿਰ ਕੁਛ ਨਹੀਂ ਹੁੰਦਾ, ਇੱਕ ਸਿਰਫ ਫਾਰਮੈਲਿਟੀ ਰਹਿ ਜਾਂਦੀ ਆ। ਜੱਜ ਨੇ ਥੋੜਾ ਜਿਹਾ ਟਾਈਮ ਲੈਣਾ ਹੁੰਦਾ ਵਾ, ਤੇ ਉਹ ਕਿੰਨਾ ਵੀ ਟਾਈਮ ਹੋ ਸਕਦਾ ਹੈ, ਕੋਈ ਪੱਕਾ ਨਹੀਂ ਹੁੰਦਾ। ਸ਼ਾਇਦ ਹੋ ਸਕਦਾ ਕਿ 2-4 ਦਿਨ ਦੇ ਵਿੱਚ, ਜਾਂ ਹੋ ਸਕਦਾ 2-4 ਹਫ਼ਤੇ ਵੀ ਲੱਗ ਜਾਣ। ਤਾਂ ਇਸ ਕਰਕੇ ਰਣਜੀਤ ਸਿੰਘ ਵਾਲਾ ਮਾਮਲਾ ਵੀ ਹੁਣ ਕਹਿ ਲਓ ਕਿ ਫਾਈਨਲ ਸਟੇਜ ਤੇ ਆ। ਤੇ ਜੇ ਉਹ ਫੈਸਲਾ ਵੀ ਇਹਦੇ ਵਿਰੁੱਧ ਆ ਜਾਂਦਾ ਤਾਂ ਫਿਰ ਜੋ ਪੈਰੋਲ ਵਗੈਰਾ ਦੀਆਂ ਜਾਂ ਜ਼ਮਾਨਤ ਵਗੈਰਾ ਦੀਆਂ ਸੰਭਾਵਨਾਵਾਂ ਹੁੰਦੀਆਂ, ਕਿਉਂਕਿ ਫਿਰ ਹੋ ਜਾਣਗੇ 3 ਕੇਸ ਅਜਿਹੇ ਜਿਹਦੇ ਵਿੱਚ ਉਹ ਸਜ਼ਾ ਯਾਫਤਾ ਹੋਏਗਾ। ਔਰ ਉਹ ਸਾਰੇ ਹੀ ਕ੍ਰਾਈਮ ਜਿਹੜੇ ਆ, ਜੇ ਆਪਾਂ ਕਾਗਜ਼ਾਂ ਦੇ ਵਿੱਚ ਦੇਖੀਏ ਤਾਂ ਬਹੁਤ ਸੀਰੀਅਸ ਕਿਸਮ ਦੇ ਆ।
ਤਾਂ ਉਹਦੇ 'ਚ ਕੀ ਹੁੰਦਾ ਕਿ ਅੱਗੇ ਜਾ ਕੇ ਤੁਹਾਡੀਆਂ ਜਦੋਂ ਅਪੀਲਾਂ ਪੈਂਦੀਆਂ ਨੇ ਉੱਚ ਅਦਾਲਤ ਦੇ ਵਿੱਚ ਤਾਂ ਉਹ ਸਾਰੇ ਕੇਸ ਲੱਗਦੇ ਆ। ਜਦੋਂ ਜ਼ਮਾਨਤ ਤੇ ਸੁਣਵਾਈ ਹੁੰਦੀ ਹੈ, ਪੈਰੋਲ ਤੇ ਸੁਣਵਾਈ ਹੁੰਦੀ ਆ ਕਿ ਕੁੱਲ ਭਾਈ ਕਿੰਨੇ ਕੇਸ ਆ, ਕਿੰਨੇ ਪੈਂਡਿੰਗ ਨੇ, ਤਾਂ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਫਿਰ ਅੱਗੇ ਮੁਸ਼ਕਲ ਬਣਦੀਆਂ। ਤਾਂ ਦੇਖਦੇ ਆ ਹੁਣ ਇਹਦੇ 'ਚ ਕੀ ਹੁੰਦਾ। ਪਰ ਇੱਧਰ ਇੰਡੀਆ ਦੀ ਇੱਕ ਹੋਰ ਪਲੇਅਰ ਨੂੰ ਗ੍ਰੀਨ ਕਾਰਡ ਮਿਲ ਗਿਆ, ਮਤਲਬ ਕਿ ਇਹੀ ਗਲਤੀ ਉਹਨਾਂ ਨੇ ਪਹਿਲਾਂ ਕੀਤੀ ਸੀਗੀ ਇੱਕ ਮੈਚ ਦੇ ਵਿੱਚ ਜਦੋਂ ਇਹ ਮੇਰੇ ਖਿਆਲ ਦੇ ਨਾਲ 4-5-6 ਗੋਲਾਂ ਦੇ ਨਾਲ ਹਾਰੀਆਂ ਸੀਗੀਆਂ। ਤਾਂ ਉਦਣ ਵੀ ਇਹਨਾਂ ਦੀਆਂ 3-4 ਪਲੇਅਰਾਂ ਨੂੰ ਕਾਰਡ ਮਿਲ ਗਿਆ। ਦੇਖੋ ਹੁੰਦਾ ਕੀ ਆ ਕਿ ਜਦ ਤੁਸੀਂ ਥੋੜਾ ਅੰਡਰ ਪ੍ਰੈਸ਼ਰ ਹੁੰਦੇ ਹੋ, ਜਦ ਤੁਸੀਂ ਬਹੁਤ ਜ਼ਿਆਦਾ ਐਕਸਾਈਟਮੈਂਟ ਦੇ ਵਿੱਚ ਚਲੇ ਜਾਂਦੇ ਹੋ, ਜਾਂ ਬਹੁਤ ਜ਼ਿਆਦਾ ਤੁਹਾਨੂੰ ਕਾਹਲੀ ਮੱਚ ਜਾਂਦੀ ਕਿ ਜਲਦੀ ਜਲਦੀ ਅਸੀਂ ਹੁਣ ਇਸ ਲੀਡ ਨੂੰ ਖਤਮ ਕਰੀਏ, ਤਦ ਤੁਹਾਨੂੰ ਬਹੁਤ ਕੰਟਰੋਲ ਰੱਖ ਕੇ ਆਪਣੀ ਗੇਮ ਜਿਹੜੀ ਆ ਕਿ ਚਲਾਉਣੀ ਪੈਂਦੀ ਆ। ਕਿਉਂਕਿ ਇਹਦੇ ਵਿੱਚ ਇਹ ਤੇ ਹੈ ਨਹੀਂ ਕਿ ਪਿੰਡਾਂ ਵਾਲਾ ਮਾਮਲਾ ਕਿ ਠੀਕ ਹੈ ਉਹ ਰੈਫਰੀ ਆਪਣਾ ਖਲੋਤਾ ਹੈ, ਉੱਥੇ ਨਿਊਟਰਲ ਅੰਪਾਇਰ ਹੁੰਦੇ, ਉਹਨਾਂ ਦੀ ਬਾਜ਼ ਅੱਖ ਹੁੰਦੀ ਆ ਕਿ ਜਦ ਤੁਸੀਂ ਫਾਉਲ ਕਰੋਗੇ, ਇਸ ਤਰ੍ਹਾਂ ਦੇ ਬੇਲੋੜੇ ਫਾਉਲ ਕਰੋਗੇ, ਧੱਕਾ ਮੁੱਕੀ ਕਰੋਗੇ, ਤਦ ਤੁਹਾਨੂੰ ਘਾਟਾ ਹੋਏਗਾ। ਉਹਦੇ ਨਾਲ ਕੀ ਹੈ ਕਿ ਜਿਹੜੀ ਤੁਸੀਂ ਕਾਹਲੀ ਮਚਾਉਂਦੇ ਹੋ ਉਹ ਕਾਹਲੀ ਤੁਹਾਨੂੰ ਡਬਲ ਮਹਿੰਗੀ ਪੈਂਦੀ ਹੈ। ਪੈਨਲਟੀ ਕਾਰਨਰ ਮਿਲਿਆ ਸੋ ਪੈਨਲਟੀ ਕਾਰਨਰ ਭਾਰਤ ਨੂੰ ਇਸ ਵਕਤ ਮਿਲਿਆ ਜੀ, ਔਰ ਮੇਰੇ ਖਿਆਲ 'ਚ ਉਹਨਾਂ ਨੇ ਰਿਵਿਊ ਮੰਗਿਆ, ਸ਼ਾਇਦ ਮਿਲ ਗਿਆ ਜਾਂ ਨਹੀਂ ਮਿਲ ਗਿਆ, ਕਿਉਂਕਿ ਥੋੜ੍ਹਾ ਜਿਹਾ ਸਾਡਾ ਮੇਰਾ ਜਿਹੜਾ ਫੋਨ ਹੈ ਮੈਂ ਫੋਨ 'ਤੇ ਨਾਲ ਦੀ ਨਾਲ ਦੇਖ ਰਿਹਾ ਜੀ, ਰੁਚੀ ਹੈ ਜੀ। ਔਰ ਜਿਸ ਦੇਸ਼ ਦੇ ਵਿੱਚੋਂ ਆਏ ਹਾਂ ਡੈਫੀਨੇਟਲੀ ਵੀ ਇਹ ਕੈਨੇਡੀਅਨ, ਸਾਨੂੰ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਲੈ ਕੇ ਆਏ 골ਡ ਮੈਡਲ ਉਹਨਾਂ 'ਤੇ ਵੀ ਮਾਣ ਹੈ, ਪਰੰਤੂ ਸਾਡੇ ਦੇਸ਼ ਦੀਆਂ ਧੀਆਂ ਜਿਹੜੀਆਂ ਨੇ ਮਾਣ ਬਣ ਕੇ ਆਈਆਂ ਨੇ। ਆਪਣੇ ਇੰਗਲੈਂਡ ਦੇ ਨਾਲ ਮੁਕਾਬਲਾ ਹੋ ਰਿਹਾ, ਸਾਨੂੰ ਖੁਸ਼ੀ ਹੈ ਜੇ ਉਹ ਜਿੱਤਦੀਆਂ ਨੇ। ਪੈਨਲਟੀ ਕਾਰਨਰ ਮੇਰੇ ਖਿਆਲ 'ਚ ਰਿਵਿਊ ਮੰਗਿਆ ਸੀ, ਮਿਲ ਗਿਆ ਜੀ। ਹਾਂਜੀ ਦੇਖੋ ਰਿਵਿਊ ਕੀ ਆ ਕਿ ਅੰਪਾਇਰ ਜਿਹੜੀ ਹੈ ਬਹੁਤ ਸਿਆਣੀ ਲੱਗੀ ਹੈ ਮੈਨੂੰ ਕਿ ਉਹ ਖਿਡਾਰੀਆਂ ਦਾ ਰਿਵਿਊ ਨਹੀਂ ਹੁੰਦਾ, ਉਹ ਆਪ ਹੀ ਰਿਵਿਊ ਲੈ ਰਹੀ ਹੈ ਬਹੁਤ ਅਹਿਮ ਮੌਕਿਆਂ ਤੇ ਕਿ ਕੀ ਮੇਰਾ ਗੋਲ ਵਾਕਿਆ ਹੀ ਜੋ ਮੈਂ ਪੁਸ਼ਟੀ ਕੀਤੀ ਆ ਉਹ ਵਾਕਿਆ ਹੀ ਤੁਸੀਂ ਤਸਦੀਕ ਕਰੋਗੇ, ਕੋਈ ਗਲਤ ਤਾਂ ਨਹੀਂ ਹੋਈ, ਜਿੱਦਾਂ ਮਤਲਬ ਕਿ ਕੋਈ ਪੈਰ ਨਾ ਲੱਗੀ ਹੋਵੇ ਪਹਿਲਾਂ, ਜਾਂ ਗੇਂਦ ਜਿਹੜੀ ਆ ਸਾਈਡਲਾਈਨ ਤੋਂ ਬਾਹਰ ਚਲੇ ਗਈ ਹੋਵੇ, ਜਾਂ ਗੇਂਦ ਡੇਂਜਰਸ ਹੋਵੇ। ਸੋ ਇਹ ਨਿਯਮ ਹੁੰਦੇ ਹਾਕੀ ਦੇ, ਉਹ ਦੇਖਣਾ ਚਾਹੁੰਦੇ ਆ ਕਿ ਜੋ ਮੈਂ ਗੋਲ ਦਿੱਤਾ ਕਿਤੇ ਕਿਸੇ ਟੀਮ ਨੂੰ ਕੋਈ ਕਤੇਰਾ ਤਾਂ ਨਾ ਲੱਗੇਗਾ। ਬਿਲਕੁਲ ਬਿਲਕੁਲ। ਸੋ ਵੌਇਸ ਆਫ ਸਿਟੀ 1320 AM ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਲੜਕੀਆਂ ਨੂੰ ਮੌਕਾ ਮਿਲਿਆ ਗੱਲਬਾਤ ਕਰਨ ਦਾ, ਆਈ ਥਿੰਕ ਹੁਣ ਉਹ ਗੇਮ ਦੇ ਵਿੱਚ ਕੋਈ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਨ। ਆਖਰੀ ਮਿੰਟ ਨੇ, 8 ਮਿੰਟ 27 ਸੈਕਿੰਡ ਰਹਿ ਗਏ ਨੇ। ਪੈਨਲਟੀ ਕਾਰਨਰ ਦੇਖਣ ਵਾਲਾ ਹੋਏਗਾ, ਗੁਰਜੀਤ ਕੌਰ ਡਾਇਰੈਕਟਲੀ ਲੈਂਦੀ ਹੈ ਜਾਂ ਵੈਰੀਏਸ਼ਨ ਕਰਦੇ ਆ। ਤਾਂ ਇੱਕ ਹੁੰਦੀ ਹੈ ਡਾਇਰੈਕਟ ਡਰੈਗ ਫਲਿਕ ਲਾਉਣੇ ਹੋ ਤੁਸੀਂ ਸਿੱਧੀ ਗੋਲ ਵੱਲ ਨੂੰ ਨਿਸ਼ਾਨਾ, ਤਾਂ ਦੂਸਰਾ ਹੁੰਦਾ ਕਿ ਤੁਸੀਂ ਕਰਦੇ ਹੋ ਮਤਲਬ ਕਿ ਵੈਰੀਏਟ ਕਰਦੇ ਹੋ ਕਿ ਦੂਸਰੇ ਨੂੰ ਦੇਣੇ। ਸੋ ਉਹ ਬੇਕਾਰ ਗਿਆ ਕਿਉਂਕਿ ਇੰਡੀਅਨ ਪਲੇਅਰ ਦੇ ਪੈਰ ਨਾਲ ਗੇਂਦ ਲੱਗ ਗਈ ਸੀ। ਵੈਸੇ ਬਹੁਤ ਵਧੀਆ ਮੌਕਾ ਸੀ, ਗੋਲ ਉਹ ਕਰ ਸਕਦੇ ਸਨ, ਕਰ ਵੀ ਦਿੱਤਾ ਸੀ ਗੋਲ, ਗੇਂਦ ਚਲੇ ਗਈ ਸੀ ਗੋਲ ਪੋਸਟ ਦੇ ਵਿੱਚ, ਪਰ ਪਹਿਲਾਂ ਹੀ ਇੰਡੀਅਨ ਪਲੇਅਰ ਦੇ ਪੈਰ ਨਾਲ ਉਹ ਬਾਲ ਲੱਗ ਜੀ। ਖੈਰ ਚਲੋ ਸਮਾਂ ਇੱਕ ਪਤਾ ਲੱਗਾ ਕਿ ਭਾਰਤ ਸਰਕਾਰ ਨੇ ਰੈਟਰੋਸਪੈਕਟਿਵ ਟੈਕਸ ਵਾ ਕੁਝ, ਇਹ ਕੀ ਹੈ ਇਹਦੇ ਬਾਰੇ ਥੋੜਾ ਦੱਸੋ। ਉਹਦਾ ਪ੍ਰਣਾਲੀ ਦਾ ਭੋਗ ਹੀ ਪਾ ਦਿੱਤਾ। ਹਾਂਜੀ, ਰੈਟਰੋਸਪੈਕਟਿਵ ਜਿਹੜਾ ਸ਼ਬਦ ਹੁੰਦਾ ਨਾ ਉਹ ਇਸਤੇਮਾਲ ਕੀਤਾ ਜਾਂਦਾ ਹੈ ਵਿਧਾਨ ਦੇ ਵਿੱਚ ਜਾਂ ਸੰਵਿਧਾਨ ਦੇ ਵਿੱਚ, ਕਿ ਜਿੱਦਾਂ ਇਸ ਤੋਂ ਪਿੱਛੇ ਮਤਲਬ ਕਿ ਜੇ ਸੌਖੇ ਤਰੀਕੇ ਨਾਲ ਸਮਝਣਾ ਹੋਵੇ, ਕੋਈ ਪੰਚਾਇਤ ਕਹਿ ਦੇਵੇ ਕਿ ਅੱਜ ਤੋਂ ਭਾਈ ਰੁੱਖਾਂ ਤੇ ਤੁਸੀਂ ਮਤਲਬ ਕਿ ਦਾਤਣ ਨਹੀਂ ਤੋੜਨੀ ਰੁੱਖਾਂ ਤੇ ਸਵੇਰੇ ਉੱਠ, ਇਹ ਫੈਸਲਾ ਪਰ ਇਹ ਅੱਜ ਤੋਂ ਹੈ। ਤੇ ਜੇ ਸਰਪੰਚ ਕਹਿ ਦੇਵੇ ਕਿ ਮਹੀਨਾ ਪਹਿਲਾਂ ਵੀ ਜਿਨ੍ਹਾਂ ਨੇ ਦਰਖਤਾਂ ਤੋਂ ਦਾਤਣਾ ਤੋੜੀਆਂ ਉਹਨਾਂ ਨੂੰ ਵੀ ਜੁਰਮਾਨਾ ਲਾਓ, ਇਹ ਕੀ ਹੋ ਗਿਆ ਰੈਟਰੋਸਪੈਕਟਿਵਲੀ ਤਰੀਕਾ, ਕਿ ਉਤੋਂ ਬੈਕ ਡੇਟ ਦੇ ਵਿੱਚ ਜਾ ਕੇ ਉਹ ਫੈਸਲਾ ਲਾਗੂ ਕਰ ਦੇਣਾ। ਤੇ ਇਹਦੇ ਚ ਕੀ ਸੀਗਾ ਕਿ ਇੰਡੀਆ ਦੀਆਂ ਦੋ ਬੜੀਆਂ ਵੱਡੀਆਂ ਮੁਸ਼ਕਲਾਂ ਸੀ। ਇੱਕ ਤੇ ਹੁਣ ਜਿੱਦਾਂ ਵੇਖੋ ਨਾ ਕਿ ਇੱਕ ਕੇਰੈਂਸ ਕੰਪਨੀ ਦਾ ਉਹ ਪ੍ਰਾਪਰਟੀਆਂ ਤੱਕ ਜ਼ਬਤ ਕਰਾਉਣ ਲਈ ਫਿਰਦੇ ਆ ਬਾਹਰਲੇ ਮੁਲਕਾਂ 'ਚ ਜਿੰਨੀਆਂ ਵੀ ਹੈਗੀਆਂ ਨੇ, ਕਾਫੀ ਕਈ ਹਜ਼ਾਰ ਕਰੋੜ ਦਾ ਮਾਮਲਾ। ਕੇਰੈਂਸ ਕੰਪਨੀ ਨੇ ਇੰਡੀਆ ਸਰਕਾਰ ਤੇ ਕੇਸ ਕੀਤਾ ਹੋਇਆ ਸੀਗਾ, ਜੋ ਇਹਨਾਂ ਦਾ ਇੰਟਰਨੈਸ਼ਨਲ ਕੋਰਟ ਹੁੰਦਾ ਵਪਾਰੀਆਂ ਦਾ, ਉਹਦੇ ਵਿੱਚ ਤੇ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਵੀ ਆਇਆ ਸੀਗਾ। ਖੈਰ ਹੋਇਆ ਕਿ ਉਸ ਤੋਂ ਬਾਅਦ ਇਹ ਮਾਮਲਾ ਕੁਛ ਇਸੇ ਤਰ੍ਹਾਂ ਦਾ ਸੀਗਾ ਕਿ ਬੈਕ ਡੇਟ ਤੋਂ ਉਹਨਾਂ ਤੇ ਪੈਨਲਟੀਆਂ ਲਾਈਆਂ ਗਈਆਂ ਕਿਉਂਕਿ ਉਹਨਾਂ ਨੇ ਕੁਛ ਮਤਲਬ ਕਿ ਸ਼ੇਅਰ ਜਿਹੜੇ ਸੀਗੇ ਨਾ ਆਪਣੇ ਇੰਡੀਅਨ ਜਿਹੜੀ ਉਹਨਾਂ ਦੀ ਬ੍ਰਾਂਚ ਸੀ ਉਹਨੂੰ ਉਹਨਾਂ ਨੇ ਦਿੱਤੇ ਸੀਗੇ। ਤਾਂ ਉਸ ਤੋਂ ਇਲਾਵਾ ਵੋਡਾਫੋਨ ਆਈਡੀਆ ਜਿਹੜਾ ਜਿਹਨਾਂ ਦਾ ਹੁਣ ਤਾਂ ਮੇਰੇ ਖਿਆਲ ਦੇ ਨਾਲ ਕਰਤਾ ਧਰਤਾ ਵੀ ਬਦਲਿਆ ਇਹਨਾਂ ਨੇ, ਤਾਂ ਉਹਦੇ ਚ ਕੀ ਸੀਗਾ ਕਿ ਉਹ ਵੀ ਕੰਪਨੀ ਇਸੇ ਤਰ੍ਹਾਂ ਹੀ ਅੜਦੀ ਪਈ ਆ। ਤਾਂ ਉਹ ਕੰਪਨੀ ਜੇ ਖਤਮ ਹੁੰਦੀ ਆ ਤੇ ਇੰਡੀਆ ਨੂੰ ਕਾਫੀ ਨੁਕਸਾਨ ਹੋਏਗਾ। ਇੱਕ ਤੇ ਇਹ ਆ ਕਿ ਤਕਰੀਬਨ 1.5-2 ਲੱਖ ਕਰੋੜ ਰੁਪਈਆ ਬੈਂਕਾਂ ਦਾ ਉਹ ਡੁੱਬ ਜਾਏਗਾ।
ਸੈਕੰਡ ਚੀਜ਼ ਇਹ ਆ ਕਿ ਹਜ਼ਾਰਾਂ ਕੰਮ ਬੇਕਾਰ ਹੋ ਜਾਣਗੇ। ਥਰਡ ਚੀਜ਼ ਇਹ ਆ ਕਿ ਕੰਪੀਟੀਸ਼ਨ ਦੇ ਵਿੱਚ 2 ਟੈਲੀਕਾਮ ਕੰਪਨੀਆਂ ਰਹਿ ਜਾਣਗੀਆਂ। ਕੱਲ ਨੂੰ ਹੋ ਸਕਦਾ ਆ ਕਿ ਗਾਹਕ ਉਹਦੇ 'ਚ ਰਗੜੇ ਜਾਣ। ਸੋ ਇਸ ਕਰਕੇ ਇਹਨਾਂ ਨੇ ਹੁਣ ਉਹਨਾਂ ਚੀਜ਼ਾਂ ਨੂੰ ਸੌਖੀਆਂ ਕਰਨ ਵਾਸਤੇ ਰੈਟਰੋਸਪੈਕਟਿਵਲੀ ਤਰੀਕੇ ਨਾਲ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪਿਛਲੀ ਡੇਟ ਤੋਂ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਟੈਕਸ ਪੈਨਲਟੀਜ਼ ਵਗੈਰਾ, ਉਹ ਸਾਰੇ ਬੰਦ ਕਰਨ ਦਾ ਫੈਸਲਾ ਕੀਤਾ। ਕਿਉਂਕਿ ਲੋਕ ਸਭਾ ਰਾਜ ਸਭਾ ਦਾ ਸੈਸ਼ਨ ਚੱਲ ਰਿਹਾ, ਤਾਂ ਹੁਣ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਆ ਉਹ ਲਾਗੂ ਹੋ ਜਾਣਗੇ। ਪਰ ਦਿਲਚਸਪ ਗੱਲ ਤੁਹਾਨੂੰ ਦੱਸਾਂ ਕਿ ਜਿਹੜੀ ਫੋਰਨ ਫੰਡਿੰਗ ਹੁੰਦੀ ਆ, ਮਤਲਬ ਕਿ ਜੋ ਫੋਰਨ ਫੰਡਿੰਗ ਪੋਲੀਟਿਕਸ ਪਾਰਟੀਆਂ ਲੈਂਦੀਆਂ ਨੇ, ਪੋਲੀਟੀਕਲ ਪਾਰਟੀਆਂ ਲੈਂਦੀਆਂ ਨੇ, ਉਹ ਇਹਨਾਂ ਨੇ ਕੀ ਕੀਤਾ ਸੀਗਾ ਕਿ ਪਹਿਲਾਂ ਰੈਟਰੋਸਪੈਕਟਿਵਲੀ ਤਰੀਕੇ ਨਾਲ 2000 ਮੇਰੇ ਖਿਆਲ ਦੇ ਨਾਲ 7 ਤੱਕ ਕੀਤਾ ਸੀ, ਬਾਅਦ ਦੇ ਵਿੱਚ ਉਹ ਚੱਕ ਕੇ ਤੇ 1971 ਤੋਂ ਹੀ ਕਰ ਦਿੱਤਾ ਸੀਗਾ ਕਿ ਜਿੰਨਾ ਵੀ ਫੋਰਨ ਫੰਡ ਆਇਆ ਉਹ ਲੀਗਲਾਈਜ਼ ਹੋ ਗਿਆ ਸੀਗਾ। ਮਤਲਬ ਕਿ ਆਪਣਾ ਜਿਹੜਾ ਵਿਦੇਸ਼ ਤੋਂ ਧਨ ਆਇਆ ਸੀ, ਕਿਉਂਕਿ ਉਹਦੇ ਚ ਦੋਨੇ ਪਾਰਟੀਆਂ ਫਸ ਗਈਆਂ ਸੀ, ਵਿਧਾਨਤਾ ਵਾਲਾ ਮਾਮਲਾ ਸੀ, ਖੈਰ ਉਹ ਲੰਮੀ ਚੌੜੀ ਗੱਲ ਹੈ, ਕਿਤੇ ਫੇਰ ਕਰ ਦਾਂਗਾ, ਤਾਂ ਉਹ ਰੈਟਰੋਸਪੈਕਟਿਵਲੀ ਤਰੀਕਾ ਜਿਹੜਾ ਉਹ ਵਰਤ ਰਿਹਾ, ਪਰ ਟੈਕਸਾਂ ਤੇ ਸਮਝਿਆ ਕਿ ਗਲਤ ਆ, ਉੱਥੇ ਸਹੀ ਹੋ ਗਿਆ ਜੀ। ਦੋਸਤੋ, ਇਸ ਵਕਤ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ। ਆਲਮੋਸਟ 6.5 ਮਿੰਟ ਬਾਕੀ ਨੇ। ਗੇਮ ਗਹਿ ਗੜਮਾ ਮੁਕਾਬਲਾ, ਜਿਵੇਂ ਕਿ ਪਹਿਲਾਂ 2 ਖਿਡਾਰੀ ਬਾਹਰ ਸਨ, ਹੁਣ ਇੱਕ ਖਿਡਾਰੀ ਬਾਹਰ ਹੈ ਜਿਹਨੂੰ ਯੈਲੋ ਕਾਰਡ ਮਿਲਿਆ ਸੀ। ਤੇਜ਼ ਤਰਾਰ ਖਿਡਾਰਨ ਦੀ ਗੱਲ ਕੀਤੀ ਹੈ। ਸੋ ਦੇਖੋ ਇਸ ਆਖਰੀ ਆ ਗਈ ਹੋਣੀ ਹੈ, ਹੁਣ ਤੇ ਆ ਗਈ ਹੋਣੀ ਆਖਰੀ ਮਿੰਟ, ਕਿਉਂਕਿ ਉਦੋਂ ਮੇਰੇ ਖਿਆਲ ਦੇ ਨਾਲ ਉਹਨੂੰ ਪਹਿਲੇ ਮਿੰਟ 'ਚ ਹੀ ਮਿਲ ਗਿਆ ਸੀਗਾ, ਪਹਿਲੇ ਕੁਆਟਰ ਦੀ ਸ਼ੁਰੂਆਤ ਦੇ ਵਿੱਚ ਹੀ। ਚਲੋ ਲਾ ਲਓ ਕਿ 9 ਮਿੰਟ ਹੋ ਗਿਆ, ਹਾਂ ਹੋ ਗਿਆ ਕਿਉਂਕਿ 9 ਮਿੰਟ ਦਾ ਹੁੰਦਾ ਮੇਰੇ ਖਿਆਲ ਦੇ ਨਾਲ 9 ਮਿੰਟ ਬਾਹਰ ਰਹਿਣਾ ਤੇ ਹਾਂਜੀ 5 ਮਿੰਟ ਤੋਂ ਥੱਲੇ ਆ ਗਿਆ ਟਾਈਮ, 6 ਮਿੰਟ ਤੋਂ ਥੱਲੇ ਆ ਗਿਆ। ਮਿਲ ਕੇ ਹੁਣ ਜਿਹੜੀ ਪਲੇਇੰਗ ਲਾਈਨ ਅਜੇ ਆਈ ਨਹੀਂ ਇੰਗਲੈਂਡ ਦੇ ਵਿੱਚ, ਅਗਲੀ ਗੇਮ ਦੇ ਵਿੱਚ ਆਈ ਨਹੀਂ ਲੜਕੀ ਅਜੇ, ਦੇਖਦੇ ਚਲੋ ਆ ਜਾਂਦੀ। ਜਦੋਂ ਕਾਰਡ ਹੁੰਦਾ ਨਾ, ਕਾਰਡ ਤੁਸੀਂ ਜਿੱਥੇ ਸਕੋਰ ਸ਼ੀਟ ਦੇਖਦੇ ਉੱਤੇ, ਉੱਥੇ ਇੱਕ ਕਾਰਡ ਦਿਖਾਈ ਦੇਗਾ। ਜਿਸ ਟੀਮ ਦਾ ਪਲੇਅਰ ਬਾਹਰ ਹੋਏਗਾ ਉਸ ਟੀਮ ਦੇ ਅੱਗੇ ਇੱਕ ਯੈਲੋ ਪੱਟੀ ਜਾਂ ਹਰੀ ਪੱਟੀ ਲੱਗੀ ਹੋਏਗੀ ਜੀ। ਜਦ ਤੱਕ ਉਹ ਰਹੇਗੀ ਤਦ ਤੱਕ ਇਹ ਸਮਝਿਆ ਜਾਏਗਾ ਕਿ ਪਲੇਇੰਗ 11 ਉਹਨਾਂ ਦੀ ਪੂਰੀ ਨਹੀਂ ਹੈ ਜੀ, ਤੇ ਜਦ ਉਹ ਹਟ ਗਈ ਮੀਨ ਕਿ ਪਲੇਇੰਗ 11 ਪੂਰੀ ਹੈ। ਚਲੋ ਦੇਖੋ ਜੀ, ਹੁਣ ਆਖਰੀ 5-6 ਮਿੰਟ ਹੋਰ ਨੇ ਤੇ ਮੈਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਹਾਂਜੀ, ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।